ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਬ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਪ੍ਰੀ ਮੁਖਵਾਕ ਅੰਕ 634 ਸੋਰਠ ਮਹਲਾ ਨਵਾਂ। ਪ੍ਰੀਤਮ ਜਾਨ ਲਿਹ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਬਾਂਧਿਓ ਕੋ ਕਾਹੂ ਕੋ ਨਾਹੀ ਰਾਉ। ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਜਿਸ ਘੇਰੈ। विपत परी सब ही संग छाड़ित तू नावत निरय। घर किनार बहुत हित जास्यो सदा रहत संग लगी। जब ही हंस तजिए काया प्रेत प्रेत कर भागी। हे वेद को व्यवहार बन्यो है जास्यो नेह लगायो। अंत पर नानक बिन हर जी को काम न आयो। अंत पर नानक बिन हर जी को काम न आयो। वाहिगुरु सतनाम वाहिगुरु। अंक 634 साहिब श्री गुरु तेग बहादुर जी महाराज फरमा रहे ने अज दा वाक सोरठ महला नौवां सोरठ राग दे विच है जी। प्रीतम जान लेह मन माही अपने सुख स्यो ही जग फांदियो को काहू को नाही राव। महाराज जी फरमाते ने कि मेरे प्रीतम ਤੁਸੀਂ ਇਹ ਮਨ ਵਿੱਚ ਜਾਣ ਲਓ ਕਿ ਆਪਣੇ ਹੀ ਸੁੱਖ ਦੇ ਨਾਲ ਸਾਰੇ ਸੰਸਾਰ ਦੇ ਵਿੱਚ ਸਾਰੇ ਲੋਕ ਤੁਹਾਡੇ ਨਾਲ ਸੰਬੰਧ ਬਣਾਈ ਬੈਠੇ ਨੇ। ਕੋ ਕਾਹੂ ਕੋ ਨਹੀਂ, ਕੋਈ ਵੀ ਕਿਸੇ ਦਾ ਨਹੀਂ ਹੈ। ਚਾਹੇ ਕੁਟੁੰਬ ਦੇ ਨੇ, ਚਾਹੇ ਬਾਹਰ ਦੇ ਨੇ, ਚਾਹੇ ਮਿੱਤਰ ਬਹੁਤ ਸੰਗੀ, ਚਾਹੇ ਬਹੁਤ ਦੂਰ ਦੇ, ਸਾਰੇ ਹੀ ਪਰਾਏ ਨੇ। ਕੋਈ ਕਿਸੇ ਦਾ ਵਾਸਤੇ ਕੰਮ ਨਹੀਂ ਕਰ ਰਿਹਾ, ਕੋਈ ਕਿਸੇ ਵਾਸਤੇ ਨਹੀਂ ਹੈ। ਰਹਾਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਜਿਸ ਘੇਰੈ। ਵਿਪਤ ਪਰੀ ਸਭੀ ਸੰਗ ਛਾੜਿਤ ਕੋ ਨਾਵਤ ਨੇਰੈ। ਜਦੋਂ ਸੁੱਖ ਹੁੰਦਾ ਹੈ ਸੁਖੀ ਇਨਸਾਨ ਦੇ ਕੋਲ ਤਾਂ ਉਸ ਦੇ ਸੁੱਖ ਨੂੰ ਦੇਖ ਕਰਕੇ ਤਾਂ ਬਹੁਤ ਸਾਰੇ ਲੋਕ ਉਹਨੂੰ ਆਪਣੇ ਆਪ ਜਤਾਉਂਦੇ ਨੇ ਕਿ ਮੈਂ ਤੇਰਾ ਰਿਸ਼ਤੇਦਾਰ ਹਾਂ, ਮੇਰੇ ਤੇਰਾ ਫਲਾਨੀ ਜਗ੍ਹਾ ਤੋਂ ਮੈਂ ਤੇਰਾ ਰਿਸ਼ਤੇਦਾਰ ਲੱਗਦਾ, ਮੈਂ ਇਸ ਤਰ੍ਹਾਂ ਰਿਸ਼ਤੇਦਾਰੀ ਤੇਰੀ ਮੇਰੀ। ਤਾਂ ਚਾਰੋਂ ਤਰਫ ਤੇ ਆ ਕੇ ਉਹ ਬੈਠ ਜਾਣਗੇ ਅਤੇ ਚਾਰੋਂ ਤਰਫੋਂ ਘੇਰ ਕੇ ਬੈਠਣਗੇ ਅਤੇ ਬਹੁਤ ਪਿਆਰ ਜਤਾਉਣਗੇ। ਅਤੇ ਇਸ ਵਿੱਚ ਸਾਹਿਬ ਸ਼੍ਰੀ ਗੁਰੂ ਮਹਾਰਾਜ ਦਾ ਫਰਮਾਨ ਹੈ ਕਿ जान लेह मन माही अपने सुख से ही जग फांदे वो कहो को नहीं। ये राहो दी पंक्ति ਤਾਂ ਜਿਹੜੇ ਬੰਦੇ ਆ ਕੇ ਬਹੁਤ ਸਾਰਾ ਤੁਹਾਡੇ ਨਾਲ ਆ ਕੇ ਬੈਠ ਜਾਂਦੇ ਨੇ ਤੁਹਾਡੇ ਸੁੱਖ ਦੇ ਵਿੱਚ, ਉਹ ਸਮਝ ਲਓ ਕਿ ਉਹ ਆਪਣੇ ਸਵਾਰਥ ਵਾਸਤੇ ਆਉਂਦੇ ਨੇ, ਤੁਹਾਡੇ ਕੋਲੋਂ ਕੋਈ ਸਹਾਇਤਾ ਲੈਣਾ ਚਾਹੁੰਦੇ ਨੇ ਜਾਂ ਤੁਹਾਨੂੰ ਉਹ ਭਰਮਾਉਣਾ ਚਾਹੁੰਦੇ ਨੇ ਅਤੇ ਚਾਰੋਂ ਤਰਫ ਤੁਹਾਨੂੰ ਘੇਰ ਕੇ ਰਹਿਣਗੇ, ਤੁਹਾਡੀ ਪ੍ਰਸ਼ੰਸਾ ਕਰਨਗੇ। ਲੇਕਿਨ ਉਹੀ ਲੋਕ ਜਦੋਂ ਤੁਹਾਡੇ ਤੋਂ ਕੋਈ ਵਿਪਤਾ ਪੈ ਜਾਵੇ, ਕੋਈ ਤੁਹਾਡੇ ਕੋਲ ਫਿਰ ਉਹੀ ਸਮਰੱਥਾ ਨਾ ਹੋਵੇ ਉਹਨਾਂ ਦੀ ਆਓ ਭਗਤ ਕਰਨ ਦੀ, ਤਾਂ ਸਭ ਹੀ ਸੰਗ ਛੱਡ ਤੇ ਸਾਰੇ ਹੀ ਸਾਰੇ ਤੁਹਾਡਾ ਸਾਥ ਛੱਡ ਦਿੰਦੇ ਨੇ
को ना आवत नेरा, कोई भी थोड़े नेड़े नहीं आता। ਇੱਥੇ तक कि गुरु महाराज का फरमान है, घर की नार बहुत हित जास्यो, सदा रहत संग लगी, जब ही हंस तजिए काया, प्रेत प्रेत कर भागी। ਇੱਥੇ ਤੱਕ ਕਿ ਸੰਬੰਧਾਂ ਦਾ ਦੱਸਿਆ ਵੀ ਜਿਸ ਤਰ੍ਹਾਂ ਪਤੀ ਤੇ ਪਤਨੀ ਨੇ, ਉਹ ਘਰ ਦੀ ਨਾਰੀ ਹੈ, ਉਹ ਹਮੇਸ਼ਾ ਹੀ ਨਾਲ ਨਾਲ ਰਹਿੰਦੀ ਹੈ, ਪੂਰਾ ਖਿਆਲ ਰੱਖਦੀ ਹੈ। ਸਵੇਰੇ ਉੱਠਣ ਤੋਂ ਲੈ ਕੇ ਸਾਰੇ ਸਮੇਂ ਦੇ ਵਿੱਚ, ਦਿਨ ਦੇ ਵਿੱਚ ਵੀ ਤੇ ਰਾਤ ਵੀ ਹਮੇਸ਼ਾ ਪਤੀ ਦੇ ਨਾਲ ਹੀ ਲੱਗੀ ਰਹਿੰਦੀ ਹੈ, ਉਹਦੇ ਵਾਸਤੇ ਹੀ ਸੇਵਾ ਕਰਦੀ ਰਹਿੰਦੀ ਹੈ, ਉਹਦੇ ਨਾਲ ਹੀ ਉਹਦੇ ਬੱਚਿਆਂ ਨੂੰ ਪਾਲਦੀ ਹੈ। ਲੇਕਿਨ ਜਦੋਂ ਹੀ ਉਹ ਪਤੀ ਦਾ ਜਦ ਉਹ ਮੌਤ ਹੋ ਜਾਂਦੀ ਹੈ ਤਾਂ ਉਹਦੇ ਵਿੱਚੋਂ ਜਦ ਉਹਦੇ ਪ੍ਰਾਣ ਨਿਕਲ ਕੇ ਆਪਣੇ ਪੰਜ ਭੂਤਕ ਸਰੀਰ ਨੂੰ ਇੱਥੇ ਛੱਡ ਕੇ ਬੈਠ ਜਾਂਦਾ ਹੈ, ਤਾਂ ਉਸਦੇ ਸਰੀਰ ਨੂੰ ਦੇਖ ਕੇ ਉਹਨੂੰ ਪ੍ਰੇਤ ਪ੍ਰੇਤ ਕਰਕੇ ਉਹ ਤੋਂ ਦੂਰ ਦੂਰ ਭੱਜਦੀ ਹੈ। ਇਹ ਵਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨੇਹ ਲਗਾਇਓ। ਇਹ ਅੱਜ ਦੀ ਗੱਲ ਨਹੀਂ ਹੈ, ਇਹ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਇਹ ਇਸ ਤਰ੍ਹਾਂ ਦਾ ਵਿਵਹਾਰ ਸੱਚੇ ਪਾਤਸ਼ਾਹ ਨੇ ਆਪਣੇ ਆਪ ਹੀ ਬਣਾਇਆ ਹੋਇਆ। ਉਹਨਾਂ ਦੀ ਰਜ਼ਾ ਦੇ ਵਿੱਚ ਹੀ ਸਭ ਕੁਛ ਇਸ ਤਰ੍ਹਾਂ ਹੈ, ਅਤੇ ਜਿਹਦੇ ਨਾਲ ਤੁਸੀਂ ਬਹੁਤ ਨੇਹ ਲਗਾਉਂਦੇ ਹੋ ਤਾਂ ਉਹ ਤੁਹਾਨੂੰ ਅੰਤ ਵਾਰ ਜਦ ਉਸ ਪੰਜ ਭੂਤਕ ਸਰੀਰ ਨਾਲ ਕੋਈ ਕੰਮ ਹੀ ਨਹੀਂ, ਉਹ ਬੋਲਦਾ ਨਹੀਂ, ਉਹ ਉੱਠ ਨਹੀਂ ਸਕਦਾ, ਕੋਈ ਕੰਮ ਨਹੀਂ ਕਰ ਸਕਦਾ, ਅਤੇ ਫਿਰ ਉਸ ਦੇ ਨਾਲ ਕਾਹਦਾ ਪਿਆਰ। ਫਿਰ ਉਸ ਨੂੰ ਸਾਰੇ ਪਰਿਵਾਰ ਦੇ ਚੱਕ ਕੇ ਮੜੀਆਂ ਵਿੱਚ ਜਾ ਕੇ ਉਸ ਦੇ ਸਰੀਰ ਦਾ ਅੰਤ ਕਰ ਦਿੰਦੇ ਨੇ, ਉਹਨੂੰ ਸੁਆਹ ਬਣਾ ਕੇ ਪ੍ਰਵਾਹ ਕਰ ਦਿੰਦੇ ਨੇ। ਤਾਂ ਇਸ ਤਰ੍ਹਾਂ ਉਹਦੀ ਅੰਤਿਏਸ਼ਟੀ ਹੋ ਜਾਂਦੀ ਹੈ। ਇਹ ਸ਼ੁਰੂ ਤੋਂ ਹੀ ਇਹ ਵਿਵਹਾਰ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ। ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਕਿ ਪਰਮਾਤਮਾ ਨੇ ਇਸ ਤਰ੍ਹਾਂ ਦਾ ਹੀ ਵਿਵਹਾਰ ਸਾਰਿਆਂ ਵਾਸਤੇ ਬਣਾਇਆ ਹੈ। ਲੇਕਿਨ ਅੰਤ ਬਾਅਦ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਅਖੀਰੀ ਵਾਰੀ ਜਦ ਇਹ ਹੰਸ ਛੱਡ ਜਾਂਦਾ ਹੈ ਇਸ ਸਰੀਰ ਨੂੰ, ਇਹ ਹੰਸ ਦੇ ਵਿੱਚ ਜਿਹੜੇ ਪਰਮ ਤੱਤ ਜਿਹੜੇ ਨੇ ਉਹ 18 ਨੇ। ਇਹਦੇ ਵਿੱਚ 5 ਧਿਆਨ ਇੰਦਰੀਆਂ, 5 ਗਿਆਨ ਇੰਦਰੀਆਂ ਅਤੇ 5 ਹੀ ਕਰਮ ਇੰਦਰੀਆਂ ਦੇ ਜਿਹੜੇ ਅਲੱਗ-ਅਲੱਗ ਤੱਤਵ ਨੇ, ਅਤੱਤਵ ਨੇ। ਅਤੇ ਅਤੱਤਵ ਨੂੰ ਪਰਮ ਤੱਤ ਵੀ ਕਿਹਾ ਹੈਗਾ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਤੇ ਇਹਨਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਾਪ ਸਾਹਿਬ ਦੇ ਵਿੱਚ ਵੀ ਅਤੱਤਮ ਤੇ ਤੱਤਮ ਸਰੂਪੇ ਇਹਦਾ ਵਰਣਨ ਕੀਤਾ ਹੈ ਜੀ। ਕਿ ਸਿਰਫ ਉਹੀ ਜਿਹੜੇ 18 ਜਿਹੜੇ ਸੂਖਸ਼ਮ ਜਿਹੜੇ ਪਰਮ ਤੱਤ ਨੇ ਜਾਂ ਅਤੱਤ ਨੇ, ਉਹੀ ਪਰਬ੍ਰਹਮ ਪਰਮੇਸ਼ਰ ਦੇ ਸਾਹਮਣੇ ਹੁੰਦੇ ਨੇ। ਫਿਰ ਉਹਦੇ ਮੁਤਾਬਕ ਹੀ ਉਸ ਦਾ ਅਗਲਾ ਜੀਵਨ ਸਾਹਿਬ ਸੱਚੇ ਪਾਤਸ਼ਾਹ ਜੀ ਨਿਰਧਾਰਿਤ ਕਰਦੇ ਨੇ ਕਿ ਉਸਨੇ ਕਿਹੜੀ ਜੁਨਾ ਵਿੱਚ ਕਦੋਂ ਜਾਣਾ ਹੈ। ਕਿ ਜੇ ਕੋਈ ਕੰਮ ਆਏਗਾ ਤਾਂ ਉਹ ਵਾਹਿਗੁਰੂ ਦਾ ਨਾਮ ਹੀ ਕੰਮ ਆਏਗਾ, ਜਿਹੜਾ ਉਸਨੇ ਸਾਰੇ ਜੀਵਨ ਦੇ ਵਿੱਚ ਉਹਨੂੰ ਇਕੱਠਾ ਕੀਤਾ ਹੈ। ਆਪਣੇ ਚੰਗੇ ਕਰਮ ਕੀਤੇ ਨੇ, ਵਾਹਿਗੁਰੂ ਦਾ ਧਿਆਨ ਲਗਾਇਆ ਹੈ, ਅਤੇ ਵਾਹਿਗੁਰੂ ਦਾ ਧਿਆਨ ਲਗਾ ਕੇ ਗਿਆਨ ਪ੍ਰਾਪਤ ਕੀਤੇ ਨੇ। ਅਤੇ ਇਸ ਤਰ੍ਹਾਂ ਫਿਰ ਉਹਨੇ ਕਰਮ ਵੀ ਚੰਗੇ ਕੀਤੇ ਪੰਜੋਂ ਇੰਦਰੀਆਂ ਦੇ ਨਾਲ। ਇਸ ਤਰ੍ਹਾਂ ਉਸਨੇ 15 ਅਤੱਤ ਜਾਂ ਪਰਮ ਤੱਤਾਂ ਨੂੰ ਜਗਾ ਕੇ ਉਹਨਾਂ ਤੋਂ ਪਰਬ੍ਰਹਮ ਪਰਮੇਸ਼ਰ ਦੀ ਉਸਤਤੀ ਲਈ ਹੈ, ਪਰਬ੍ਰਹਮ ਪਰਮੇਸ਼ਰ ਦਾ ਨੇੜਤਾ ਬਣਾਈ ਹੈ, ਤਾਂ ਉਹੀ ਫਿਰ ਕੰਮ ਆਏਗਾ ਅਖੀਰ ਦੇ ਬਾਅਦ। ਤਾਂ ਇਹ ਪ੍ਰਾਣੀ ਗੁਰੂ ਨਾਨਕ ਦੇਵ ਜੀ ਦੇ 9ਵੇਂ ਸਰੂਪ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਫਰਮਾਨ ਹੈ ਕਿ ਬਹੁਤ ਜ਼ਿਆਦਾ ਖੁਸ਼ ਨਾ ਹੋ ਜਾਓ ਕਿ ਜੇ ਤੁਹਾਡੇ ਕੋਲ ਬਹੁਤ ਸਾਰੇ ਲੋਕ ਆ ਕੇ ਬੈਠਦੇ ਨੇ, ਢੁਕਦੇ ਨੇ ਤੁਹਾਡੇ ਕੋਲ, ਤਾਂ ਉਸ ਲਈ ਤੁਸੀਂ ਆਪਣਾ ਸਿਮਰਨ ਨਹੀਂ ਛੱਡਣਾ,
अपना काम नहीं छड़ना, वाहगुरू दे नाल मिलाप नहीं छड़ना, ते नितनेम तुसी हमेशा करना है। तो इस तरह उस तो जो वाहगुरू जी उपदेश करते हैं उन्हों का तुसी आचरण करके नेकी के काम करने ने। भावें कोई बुरा काम करता है वो ਉਹਦੇ कर्म ने, लेकिन साडा फर्ज है कि असी नेकी के नाल सारे जीवन में बिताइए तो चंगे ही कर्म करिए, जो महाराज ਨੂੰ ਭਾਉਂਦੇ ਨੇ ਉਹੀ ਕੰਮ करिए। जो ਸਾਹਿਬ श्री गुरु ग्रंथ साहब ਦੇ ਵਿੱਚ जो ਸਾਨੂੰ ਬਖਸ਼ਿਸ਼ਾਂ ਹੋਈਆਂ ਨੇ ਉਸ ਦੇ ਅਨੁਸਾਰ ਹੀ ਆਪਣਾ ਜੀਵਨ ਚਲਾਈਏ। ਤੇ ਇਸੇ ਤਰੀਕੇ ਨਾਲ ਸਾਡੇ ਜਿਹੜੇ ਇਹੀ ਕਰਮ ਜਿਹੜੇ ਨੇ ਉਹ ਅੱਗੇ ਜਾ ਕੇ ਹਮੇਸ਼ਾ ਅਗਲੀਆਂ ਸਾਰੀਆਂ ਜੂਨਾਂ ਵਿੱਚ ਉਹ ਕੰਮ ਆਉਂਦੇ ਨੇ। ਤੇ ਅਸੀਂ ਜੇ ਪਰਮ ਤੱਤ ਪੂਰੀ ਤਰ੍ਹਾਂ ਜਾਗਰਤ ਕਰਕੇ ਉਸ ਵਿੱਚ ਪਾਸ ਹੋ ਜਾਂਦੇ ਹਾਂ ਤਾਂ ਅਸੀਂ ਉਹ ਫਿਰ ਪਰ ਬ੍ਰਹਮ ਪਰਮੇਸ਼ਰ ਦੇ ਚਰਨਾਂ ਜਾ ਵਿਰਾਜਦੇ ਹਾਂ ਤੇ ਉਹਦੇ ਹਿਰਦੇ ਵਿੱਚ ਵਿਰਾਜਦੇ ਹਾਂ। ਤੇ ਫਿਰ ਅਸੀਂ ਫਿਰ ਦੁਬਾਰਾ ਮਰਨ ਜਨਮ ਦੇ ਚੱਕਰਾਂ ਤੋਂ ਛੁੱਟ ਜਾਂਦੇ ਹਾਂ। ਤੇ ਫਿਰ ਇਹ ਸਾਰੇ ਜਿਹੜੇ ਦੁਵਿਧਾਵਾਂ ਨੇ ਸਾਡੀਆਂ ਮਿਟ ਜਾਂਦੀਆਂ ਨੇ। ਫਿਰ ਅਸੀਂ ਉਸ ਰੱਬ ਦੇ ਵਿੱਚ ਰਲ ਕੇ ਰੱਬ ਦਾ ਹੀ ਰੂਪ ਹੋ ਜਾਂਦੇ ਹਾਂ। ਵਾਹਿਗੁਰੂ ਸਤਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। मैं ये शब्द के द्वारा आप जी के सामने पढ़ता जी। सोरठ राग के विषय प्रीतम जान लेह मन माही, अपने सुख से ही जग फांद्यो को काहू को नहीं रहो। प्रीतम जान लेह मन माही, अपने सुख से ही जग फांद्यो को काहू को नहीं। सुख में आन बहुत मिल बैठत रहत चहो जिस गिरै, विपत परी सभी संग छाड़ित को नावत निरै। घर की नार बहुत हित जास्यो, सदा रहत संग लगी। जब ही हंस तजिए काया, प्रेत प्रेत कर भागी। एह विद को व्यवहार बन्यो है, जस्यो नेह लगायो। अंत बार नानक बिन हर जी को काम न आयो। अंत बार नानक बिन हर जी को काम न आयो। वाहिगुरु सतनाम वाहिगुरु, वाहिगुरु वाहिगुरु वाहिगुरु।